ਅੱਜ ਦੀ ਕੜੀ 'ਚ ਅਸੀਂ ਗੱਲ ਕਰਾਂਗੇ ਉਸ ਦੇਸ਼ ਬਾਰੇ ਜਿਸ ਨੇ ਹਮੇਸ਼ਾ ਮੁਸ਼ਕਿਲ ਵੇਲੇ ਭਾਰਤ ਦਾ ਸਾਥ ਦਿੱਤਾ, ਫਰਾਂਸ। ਇੱਕ ਇਹੋ ਜਿਹਾ ਦੋਸਤ ਜਿਸ ਨਾਲ ਇੰਡੀਆ ਦਾ ਰਿਸ਼ਤਾ ਸਿਰਫ ਪਾਰਟਨਰਸ਼ਿਪ ਹੀ ਨਹੀਂ, ਇੱਕ ਸਿਵਲਾਈਜੇਸ਼ਨ, ਅੰਡਰਸਟੈਂਡਿੰਗ ਤੇ ਲੌਂਗ ਟਰਮ ਸਟ੍ਰੈਟਜੀ ਤੇ ਟਰਸਟ ਦੇ ਉੱਤੇ ਟਿਕਿਆ ਹੋਇਆ ਹੈ। ਵੈਲਕਮ ਬੈਕ ਟੂ ਮਾਈ ਸੀਰੀਜ਼ ਇੰਡੀਆਜ਼ ਟੌਪ ਪ੍ਰਾਇੋਰਟੀ ਕੰਟਰੀਜ਼, ਔਰ ਮੈਂ ਹਾਂ ਰਵਿੰਦਰ ਸਿੰਘ ਰਾਵਨ। ਅਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਫਰਾਂਸ ਰਿਲੇਸ਼ਨਸ਼ਿਪ ਬਾਰੇ, ਜੋ ਪਾਵਰ ਪਾਰਟਨਰਸ਼ਿਪ ਦਾ ਪਰਫੈਕਟ ਐਗਜ਼ਾਮਪਲ ਹੈ। 1950 ਤੋਂ ਹੀ ਫਰਾਂਸ ਨੇ ਇੰਡੀਆ ਨੂੰ ਸਟ੍ਰੈਟੇਜਿਕ ਆਟੋਨਮੀ ਵਿੱਚ ਸਪੋਰਟ ਕੀਤਾ। ਜਦੋਂ ਇੰਡੀਆ ਨੇ 1998 ਵਿੱਚ ਨਿਊਕਲੀਅਰ ਟੈਸਟ ਕੀਤੇ ਤਾਂ ਬਹੁਤ ਸਾਰੇ ਮੁਲਕਾਂ ਨੇ ਸੈਂਕਸ਼ਨ ਲਗਾ ਦਿੱਤੇ ਸੀ, ਪਰ ਫਰਾਂਸ ਉਹਨਾਂ ਗਿਣਤੀ ਦੇ ਦੇਸ਼ਾਂ ਵਿੱਚੋਂ ਹੈ ਜਿਸ ਨੇ ਇੰਡੀਆ ਨੂੰ ਆਈਸੋਲੇਟ ਨਹੀਂ ਕੀਤਾ। ਔਰ ਇਹੀ ਹਾਲਮਾਰਕ ਹੈ ਫਰੈਂਡਸ਼ਿਪ ਬਿਲਟ ਔਨ ਮਿਊਚੁਅਲ ਰਿਸਪੈਕਟ। 2018 ਵਿੱਚ ਜਦੋਂ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਘਾਟ ਤੋਂ ਲੈ ਕੇ ਚਾਂਦਨੀ ਚੌਕ ਤੱਕ ਇੱਕ ਜੁਆਇੰਟ ਵਿਜ਼ਨ ਦਿੱਤਾ ਸੀ, ਉਹ ਮੂਵਮੈਂਟ ਸਿੰਬੋਲਿਕ ਸੀ। ਇੰਡੀਆ ਤੇ ਫਰਾਂਸ ਨੇ ਡਿਸਾਈਡ ਕੀਤਾ ਕਿ ਰਿਸ਼ਤਿਆਂ ਨੂੰ ਸਟ੍ਰੈਟੇਜਿਕ ਤੋਂ ਟਰਾਂਸਫੋਰਮੇਸ਼ਨਲ ਤੱਕ ਲੈ ਜਾਣਾ ਹੈ। ਰਫੇਲ ਯਾਦ ਹੈ ਨਾ? ਹਾਂਜੀ, ਉਹੀ ਰਫੇਲ ਫਾਈਟਰ ਜੈਟ ਜੋ ਫ੍ਰੈਂਚ ਕੰਪਨੀ ਡਿਸੌਲਟ ਐਵੀਏਸ਼ਨ ਨੇ ਬਣਾਏ ਹਨ ਔਰ ਇੰਡੀਆ ਦੇ ਡਿਫੈਂਸ ਮਾਡਰਨਾਈਜੇਸ਼ਨ ਸਿਸਟਮ ਦੇ ਸਿੰਬਲ ਬਣ ਗਏ ਹਨ। 2026 ਤੱਕ ਇੰਡੀਆ ਨੇ 36 ਰਫੇਲ ਜੈਟਸ ਰਿਸੀਵ ਕਰ ਲਏ ਹਨ ਤੇ ਹੁਣ ਨੈਵਲ ਰਫੇਲ ਐਮ ਦੀ ਡੀਲ ਫਾਈਨਲ ਫੇਜ਼ 'ਚ ਹੈ, ਜੋ INS ਵਿਕਰਾਂਟ 에ਅਰਕ੍ਰਾਫਟ ਕੈਰੀਅਰ ਤੇ ਡਿਪਲਾਈ ਹੋਣਗੇ। ਇਹ ਪਾਰਟਨਰਸ਼ਿਪ ਸਿਰਫ ਖਰੀਦੋ ਫਰੋਖ ਦੀ ਨਹੀਂ ਹੈ, ਜੁਆਇੰਟ ਮੈਨੂਫੈਕਚਰਿੰਗ ਤੇ ਟੈਕਨੋਲੋਜੀ ਟਰਾਂਸਫਰ ਦੀ ਵੀ ਹੈ। ਡਿਫੈਂਸ ਸੈਕਟਰ ਤੋਂ ਇਲਾਵਾ ਸਕਾਰਪੀਅਨ ਸਬਮਰੀਨ, ਸੈਫਰਨ ਇੰਜਨਸ ਤੇ ਥਲਜ਼ ਐਵੀਓਨਿਕ ਸਿਸਟਮ ਵਿੱਚ ਕੋਲੈਬੋਰੇਸ਼ਨ ਇੰਡੀਆ ਫਰਾਂਸ ਦੇ ਡਿਫੈਂਸ ਟਾਈਜ਼ ਨੂੰ ਨੈਕਸਟ ਲੈਵਲ ਤੱਕ ਲੈ ਜਾਏਗਾ। ਮੇਕ ਇਨ ਇੰਡੀਆ, ਮੇਡ ਬਾਈ ਫਰਾਂਸ ਮਾਡਲ ਹੁਣ ਰਿਐਲਿਟੀ ਬਣ ਰਿਹਾ। ਫਰਾਂਸ ਇੱਕ ਯੂਰਪੀਅਨ ਪਾਵਰ ਹੋ ਕੇ ਵੀ ਇੰਡੋ ਪੈਸੀਫਿਕ ਦਾ ਇੱਕ ਰੈਜ਼ੀਡੈਂਟ ਪਾਵਰ ਹੈ, ਕਿਉਂਕਿ ਇਸ ਦੀ ਟੈਰੀਟਰੀਜ਼ ਜਿਵੇਂ ਰੀਯੂਨੀਅਨ ਆਇਰਲੈਂਡ, ਮਾਯੋਟੇ ਤੋਂ ਫ੍ਰੈਂਚ ਪੋਲੀਨੇਸ਼ੀਆ ਤੱਕ ਹੈ। ਇਸ ਲਈ ਫਰਾਂਸ ਹਮੇਸ਼ਾ ਫ੍ਰੀ, ਓਪਨ ਐਂਡ ਇਨਕਲੂਸਿਵ ਇੰਡੋ ਪੈਸੀਫਿਕ ਦੀ ਪਾਲਿਸੀ ਨੂੰ ਇੰਡੀਆ ਦੇ ਨਾਲ ਅਲਾਈਨ ਕਰਦਾ ਹੈ। 2025 ਵਿੱਚ ਹੋਈ ਨੇਵਲ ਐਕਸਰਸਾਈਜ਼ ਸਾਊਥ ਇੰਡੀਅਨ ਓਸ਼ਨ ਵਿੱਚ ਦੋਵੇਂ ਮੁਲਕਾਂ ਦੀ ਮੈਰੀਟਾਈਮ ਮਸਲ ਦਾ ਸਟਰੋਂਗ ਡਿਸਪਲੇ ਸੀ। ਕੁਆਡ ਦੇ ਨਾਲ ਨਾਲ ਇੰਡੀਆ ਤੇ ਫਰਾਂਸ, ਇੰਡੀਆ ਫਰਾਂਸ UAE ਟ੍ਰਾਈਲੈਟਰਲ ਵਿੱਚ ਵੀ ਕੰਮ ਕਰ ਰਹੇ ਹਨ। ਐਨਰਜੀ ਸਿਕਿਉਰਿਟੀ, ਬਲੂ ਇਕੋਨਮੀ ਤੇ ਟੈਕਨੋਲੋਜੀ ਕੋਆਪਰੇਸ਼ਨ ਵਿੱਚ ਤਿੰਨੋਂ ਕੰਮ ਕਰ ਰਹੇ ਹਨ। ਫਰਾਂਸ ਹੁਣ ਇੰਡੀਆ ਵਿੱਚ $7 ਬਿਲੀਅਨ ਤੋਂ ਉੱਤੇ ਦੀ ਇਨਵੈਸਟਮੈਂਟ ਵਾਲਾ ਮੇਜਰ ਯੂਰਪੀਅਨ ਇਨਵੈਸਟਰ ਬਣ ਗਿਆ। ਆਟੋਮੋਬਾਈਲ ਤੋਂ ਲੈ ਕੇ ਐਨਰਜੀ ਤੱਕ ਸਟਾਰਟਅਪ ਇਕੋਸਿਸਟਮ ਵਿੱਚ ਵੀ 2026 ਵਿੱਚ ਫਰਾਂਸ ਇੰਡੀਆ ਟੈਕ ਬ੍ਰਿਜ ਬਣਾਇਆ ਗਿਆ। ਇੰਡੀਆ AI, ਡਰੋਨ, ਰੀਨਿਊਏਬਲ ਸਟਾਰਟਅਪਸ ਤੋਂ ਫ੍ਰੈਂਚ ਫੰਡਿੰਗ ਸਪੋਰਟ ਕਰ ਰਹੀ ਹੈ। ਕਲੀਨ ਐਨਰਜੀ ਵਿੱਚ ਫਰਾਂਸ ਇੰਡੀਆ ਦਾ ਸਟਰੋਂਗ ਲੌਂਗ ਟਰਮ ਕਲਾਈਮੇਟ ਅਲਾਇ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ 2015 ਵਿੱਚ ਇੰਡੀਆ ਔਰ ਫਰਾਂਸ ਨੇ ਮਿਲ ਕੇ ਲਾਂਚ ਕੀਤਾ ਸੀ। ਅੱਜ 120 ਤੋਂ ਵੱਧ ਕੰਟਰੀਜ਼ ਇਸ ਦਾ ਹਿੱਸਾ ਹਨ। 2026 ਵਿੱਚ ਪੈਰਿਸ ਵਿੱਚ ਹੋਈ ISA ਸਮਿਟ ਵਿੱਚ ਇੰਡੀਆ ਨੇ ਅਨਾਉਂਸ ਕੀਤਾ ਸੀ ਕਿ 2030 ਤੱਕ ਰੀਨਿਊਏਬਲ ਕੈਪੈਸਿਟੀ 500 ਗੀਗਾਵਾਟ ਤੱਕ ਪਹੁੰਚੇਗੀ ਔਰ ਫਰਾਂਸ ਨੇ ਇਹਦੇ ਉੱਤੇ $1.2 ਬਿਲੀਅਨ ਦੀ ਸਪੋਰਟ ਵੀ ਕਮਿਟ ਕੀਤੀ ਹੈ। ਇੰਡੀਅਨ ਡਾਇਸਪੋਰਾ ਫਰਾਂਸ ਵਿੱਚ ਛੋਟਾ ਜ਼ਰੂਰ ਹੈ ਪਰ ਵਾਈਬ੍ਰੈਂਟ ਹੈ। ਨੀਅਰਲੀ 1,10,000 ਇੰਡੀਅਨ ਓਰੀਜਨ ਦੇ ਸਿਟੀਜ਼ਨ ਉੱਥੇ ਰਹਿੰਦੇ ਨੇ। ਪੈਰਿਸ ਔਰ ਪੌਂਡੀਚੇਰੀ ਦੇ ਵਿਚਕਾਰ ਕਲਚਰਲ ਕਨੈਕਟ ਸੈਂਚੁਰੀਜ਼ ਪੁਰਾਣਾ ਹੈ। ਐਰੋਵਲੀ, ਇੰਡੀਅਨ ਫਿਲਮ ਫੈਸਟੀਵਲਸ, ਯੋਗਾ ਇਵੈਂਟਸ, ਹਿੰਦੀ ਫ੍ਰੈਂਚ ਲੈਂਗੁਏਜ ਐਕਸਚੇਂਜਸ, ਇਹ ਸਭ ਮਾਡਰਨ ਡੇ ਫਰੈਂਡਸ਼ਿਪ ਦਾ ਬੇਸ ਹਨ। The United Nations had decided to honor this ancient Indian tradition of yoga. Tremendous enthusiasm for yoga in France. 2024-26 ਦੇ ਕਲਚਰਲ ਸੀਜ਼ਨ ਨਮਸਤੇ ਫਰਾਂਸ ਤੇ ਬੋਨਜੋਰ ਇੰਡੀਆ ਫੈਸਟੀਵਲਸ ਨੇ ਦੋਸਤੀ ਨੂੰ ਆਰਟ, ਕਲਚਰ ਤੇ ਯੂਥ ਐਕਸਚੇਂਜ ਰਾਹੀਂ ਸੈਲੀਬ੍ਰੇਟ ਕੀਤਾ ਹੈ। ਐਜੂਕੇਸ਼ਨ ਸੈਕਟਰ ਵਿੱਚ ਵੀ ਮੋਮੈਂਟਮ ਹੈ। ਓਵਰ 10,000 ਇੰਡੀਅਨ ਸਟੂਡੈਂਟਸ ਆਰ ਸਟੱਡਿੰਗ ਇਨ ਫਰਾਂਸ। ਟਾਰਗੇਟ ਹੈ 2030 ਤੱਕ 30,000 ਸਟੂਡੈਂਟਸ ਦਾ। ਸਟੂਡੈਂਟ ਵੀਜ਼ਾ ਰਿਫਾਰਮਸ ਤੇ ਪੋਸਟ ਸਟੱਡੀ ਵਰਕ ਐਕਸਟੈਂਸ਼ਨਸ ਨੇ ਇਹਦਾ ਇੰਟਰਸਟ ਹੋਰ ਵਧਾ ਦਿੱਤਾ ਹੈ। ਐਮਬੈਸੀ ਆਫ ਇੰਡੀਆ ਇਨ ਪੈਰਿਸ, ਜੋ ਫਰਾਂਸ ਲਈ ਇੰਡੀਆ ਦੀ ਆਫੀਸ਼ੀਅਲ ਡਿਪਲੋਮੈਟਿਕ ਵਿੰਡੋ ਹੈ, ਜੋ ਨਵੀਂ ਦਿੱਲੀ ਤੋਂ ਪੈਰਿਸ ਦੇ ਵਿਚਕਾਰ ਇੱਕ ਬਹੁਤ ਐਕਟਿਵ ਬ੍ਰਿਜ ਬਣ ਚੁੱਕੀ ਹੈ, ਜੋ ਹਾਈ ਲੈਵਲ ਵਿਜ਼ਿਟਸ, डिफेंस एंड स्पेस कोऑपरेशन, बिजनेस एंगेजमेंट्स, कल्चरल फेस्टिवल्स,
ਡਾਇਸਪੋਰਾ ਇਵੈਂਟਸ ਤੇ ਸਟੂਡੈਂਟ ਐਕਸਚੇਂਜ ਨੂੰ ਪ੍ਰਮੋਟ ਕਰ ਰਹੀ ਹੈ ਤਾਂ ਕਿ ਰਿਲੇਸ਼ਨਸ਼ਿਪ ਸਿਰਫ ਫਾਈਲਾਂ ਤੱਕ ਹੀ ਨਹੀਂ ਰਹੇ, ਲੋਕਾਂ ਤੱਕ ਪਹੁੰਚ ਸਕੇ। ਹਾਲ ਹੀ ਵਿੱਚ ਸੰਜੀਵ ਕੁਮਾਰ ਸਿੰਗਲਾ ਨੇ ਇੰਡੀਆ ਦੇ ਐਂਬੈਸਡਰ ਟੂ ਫਰਾਂਸ ਔਰ ਮੋਨੈਕੋ ਵਜੋਂ ਚਾਰਜ ਸੰਭਾਲਿਆ। ਇਹ 1997 ਬੈਚ ਦੇ IFS ਆਫੀਸਰ ਹਨ ਜਿਨ੍ਹਾਂ ਨੇ ਪਹਿਲਾਂ ਇਜ਼ਰਾਈਲ ਵਿੱਚ ਐਂਬੈਸਡਰ ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਪ੍ਰਾਈਵੇਟ ਸੈਕਟਰੀ ਵਜੋਂ ਸਰਵ ਕੀਤਾ ਹੈ, ਜਿਸ ਕਰਕੇ ਉਹਨਾਂ ਨੂੰ ਹਾਈ ਲੈਵਲ ਸਟ੍ਰੈਟੇਜਿਕ ਕੰਮ ਦਾ ਡੀਪ ਐਕਸਪੀਰੀਅੰਸਿਸ ਹੈ। ਪੈਰਿਸ ਵਿੱਚ ਉਹ ਡਿਫੈਂਸ, ਟੈਕਨੋਲੋਜੀ, ਕਲੀਨ ਐਨਰਜੀ, ਬਿਜ਼ਨਸ ਆਊਟਰੀਚ ਔਰ ਯੂਥ ਸਟੂਡੈਂਟ ਐਕਸਚੇਂਜਸ ਵਰਗੇ ਇਨੀਸ਼ੀਏਟਿਵਸ ਨੂੰ ਪੁਸ਼ ਕਰ ਰਹੇ ਨੇ। ਫਰਾਂਸ ਹਮੇਸ਼ਾ ਯੂਨਾਈਟਿਡ ਨੇਸ਼ਨਸ, G20 ਔਰ ਮਲਟੀਲੈਟਰਲ ਫਾਰਮਸ ਵਿੱਚ ਇੰਡੀਆ ਦਾ ਟਰਸਟਡ ਵੌਇਸ ਰਿਹਾ। ਜਦੋਂ 2024 ਵਿੱਚ ਇੰਡੀਆ ਨੇ UNSC ਮੈਂਬਰਸ਼ਿਪ ਲਈ ਪੁਸ਼ ਕੀਤਾ ਤੇ ਫਰਾਂਸ ਨੇ ਓਪਨ ਸਪੋਰਟ ਕੀਤਾ ਸੀ। ਜਦੋਂ ਗਲੋਬਲ ਟੈਰਰਿਜ਼ਮ ਜਾਂ ਅਫਗਾਨਿਸਤਾਨ ਸਿਚੁਏਸ਼ਨ ਦੀ ਗੱਲ ਆਈ ਤਾਂ ਦੋਵੇਂ ਮੁਲਕਾਂ ਨੇ ਸੇਮ ਪੇਜ ਤੇ ਡਿਪਲੋਮੈਸੀ ਵਿਖਾਈ ਸੀ। ਤਾਂ ਹੁਣ ਆਹ ਵੇਖੋ, ਇੰਡੀਆ ਫਰਾਂਸ ਫਰੈਂਡਸ਼ਿਪ ਸਿਰਫ ਇੱਕ ਐਗਰੀਮੈਂਟ ਜਾਂ ਵਿਜ਼ਿਟ ਤੱਕ ਲਿਮਿਟਡ ਨਹੀਂ ਹੈ। This is a partnership of principles, liberty, equality, fraternity, values, ਜਿਨ੍ਹਾਂ ਤੇ ਦੋਵਾਂ ਸੋਸਾਇਟੀਜ਼ ਖੜੀਆਂ ਹਨ। ਇਹ ਰਿਲੇਸ਼ਨਸ ਹੈ ਸ਼ੇਅਰਡ ਵੈਲਿਊਜ਼, ਸ਼ੇਅਰਡ ਵਿਜ਼ਨ ਔਰ ਸ਼ੇਅਰਡ ਫਿਊਚਰ ਦਾ। ਮੈਂ ਹਾਂ ਰਵਿੰਦਰ ਸਿੰਘ ਰੋਬਿਨ ਔਰ ਤੁਸੀਂ ਵੇਖ ਰਹੇ ਹੋ ਮੇਰੀ ਸੀਰੀਜ਼ ਇੰਡੀਆਜ਼ ਟਾਪ ਪ੍ਰਾਇੋਰਟੀ ਕੰਟਰੀਜ਼। ਅੱਜ ਅਸੀਂ ਗੱਲ ਕੀਤੀ ਹੈ ਇੰਡੀਆ ਫਰਾਂਸ ਰਿਲੇਸ਼ਨਸ ਤੇ। ਨੈਕਸਟ ਐਪੀਸੋਡ ਕਿਹਦੇ ਤੇ ਬਣਾਈਏ, ਅਮਰੀਕਾ, ਰਸ਼ੀਆ ਜਾਂ ਫਿਰ UAE ਤੇ? ਆਪਣੇ ਵਿਚਾਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜ਼ਰੂਰ ਸ਼ੇਅਰ ਕਰਿਓ। ਤਦ ਤੱਕ ਰੱਬ ਰਾਖਾ ਤੇ ਵੀਵੇ ਕਲਾਂਦੋ ਫਰਾਂਸਿਸ।